ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਸਟ ਨੋਟਸ। ਆਪਾਂ ਪੜ ਰਹੇ ਹਾਂ ਮੀਡੀਵੀਅਲ ਹਿਸਟਰੀ ਦੇ ਵਿੱਚ ਚੈਪਟਰ 2 ਜਿਹਦਾ ਨੇਮ ਹੈ ਦਿੱਲੀ ਸਲਤਨਤ। ਇਸ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਅਰਬ ਅਤੇ ਤੁਰਕੀਆਂ ਦੇ ਹਮਲੇ, ਜਿਹਦੇ ਵਿੱਚ ਆਪਾਂ ਰੂਲਰ ਡਿਸਕਸ ਕੀਤੇ ਸੀ ਮੁਹੰਮਦ ਬਿਨ ਕਾਸਿਮ, ਮਹਿਮੂਦ ਗਜ਼ਨੀ ਅਤੇ ਮੁਹੰਮਦ ਗੌਰੀ। ਉਸ ਤੋਂ ਬਾਅਦ ਭਾਰਤ ਦੀ ਹਿਸਟਰੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਦਿੱਲੀ ਸਲਤਨਤ ਦੀ। ਦਿੱਲੀ ਸਲਤਨਤ ਦੀ ਜੇਕਰ ਗੱਲ ਕਰੀਏ ਤਾਂ ਦਿੱਲੀ ਸਲਤਨਤ ਦੇ ਵਿੱਚ ਆਪਣੇ ਕੋਲ ਆਉਂਦੀਆਂ ਨੇ 5 ਡਾਇਨੈਸਟੀਜ਼, ਯਾਨੀ ਕਿ 5 ਵੰਸ਼। ਕਿਹੜੇ ਦੀ ਸਲੇਵਸ, ਸਭ ਤੋਂ ਪਹਿਲਾਂ ਸੀ ਦੀ ਸਲੇਵਸ ਗੁਲਾਮ ਵੰਸ਼। ਇਸਨੇ 1206 ਤੋਂ 1290 ਤੱਕ ਰਾਜ ਕੀਤਾ। ਅੱਗੇ ਆ ਜਾਂਦਾ ਆਪਣੇ ਕੋਲ ਦੀ ਖਿਲਜੀ ਵੰਸ਼ 1290 ਤੋਂ 1320 AD ਤੱਕ। ਤੁਗਲਕ 1320 ਤੋਂ 1414। ਸੈयद ਆਉਂਦੇ ਨੇ ਆਪਣੇ ਕੋਲ, ਇਹ ਰੂਲ ਕਰਦੇ ਨੇ 1414 ਤੋਂ 1451 ਤੱਕ। ਲੋਧੀ ਵੰਸ਼ ਰਾਜ ਕਰਦੇ ਨੇ 1415 ਤੋਂ 1526 ਤੱਕ। ਸੋ ਇਹ ਸੀ ਪੂਰੀ ਦਿੱਲੀ ਸਲਤਨਤ। ਆਪਾਂ 1 ਬਾਏ 1 ਇਹਨਾਂ ਸਾਰਿਆਂ ਨੂੰ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਸਲੇਵ ਡਾਇਨੈਸਟੀ। ਸਲੇਵ ਡਾਇਨੈਸਟੀ ਦੀ ਜੇ ਗੱਲ ਕਰੀਏ ਤਾਂ ਇਹ ਫਰਸਟ ਡਾਇਨੈਸਟੀ ਸੀ ਦਿੱਲੀ ਸਲਤਨਤ ਦੀ। ਆਪਾਂ ਹੁਣੀ ਡਿਸਕਸ ਕਰਕੇ ਹਟੇ ਹਾਂ। ਇਸ ਡਾਇਨੈਸਟੀ ਨੂੰ ਮਮਲੂਕ ਵੰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਇਸ ਨੂੰ ਸਲੇਵ ਡਾਇਨੈਸਟੀ ਕਿਉਂ ਕਿਹਾ ਗਿਆ? ਕਿਉਂਕਿ ਜਿਹੜੇ ਇਹਦੇ ਇੰਪੋਰਟੈਂਟ ਫੇਮਸ ਰਾਜੇ ਸੀ ਜਿਵੇਂ ਕੁਤੁਬਦੀਨ ਐਬਕ, ਇਲਤੁਤਮਿਸ਼, ਬਲਬਨ, ਇਹ ਸਾਰੇ ਹੀ ਇੱਕ ਟਾਈਮ ਤੇ ਗੁਲਾਮ ਸੀ। ਉਸ ਤੋਂ ਬਾਅਦ ਜਦੋਂ ਇਹਨਾਂ ਦਾ ਰਾਜ ਆਇਆ ਉਦੋਂ ਇਹ ਸੁਲਤਾਨ ਬਣੇ। ਤਾਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਸਾਰੇ ਗੁਲਾਮ ਸੀ, ਇਸ ਲਈ ਇਹਨੂੰ ਸਲੇਵ ਡਾਇਨੈਸਟੀ ਜਾਣੀ ਕਿ ਗੁਲਾਮ ਵੰਸ਼ ਦਾ ਨਾਮ ਦਿੱਤਾ ਗਿਆ। ਕੁਤੁਬ ਅਲ-ਦੀਨ ਐਬਕ ਨੇ ਸਲੇਵ ਡਾਇਨੈਸਟੀ ਦੀ ਸਥਾਪਨਾ ਕੀਤੀ। ਹੀ ਵਾਜ਼ ਦ ਫਾਊਂਡਰ ਆਫ ਦਿਸ ਡਾਇਨੈਸਟੀ। 1206 ਦੇ ਵਿੱਚ ਸਲੇਵ ਡਾਇਨੈਸਟੀ ਨੂੰ ਫਾਊਂਡ ਕੀਤਾ ਗਿਆ ਤੇ ਇਹ ਪਹਿਲਾ ਸੁਲਤਾਨ ਬਣਿਆ ਦਿੱਲੀ ਦਾ। ਕੁਤੁਬਦੀਨ ਐਬਕ ਦੀ ਜੇ ਗੱਲ ਕਰੀਏ ਤਾਂ ਇਹ ਮੁਹੰਮਦ ਗੌਰੀ ਦਾ ਸਲੇਵ ਸੀਗਾ। ਸਲੇਵ ਮਤਲਬ ਉਹਦੇ ਅੰਡਰ ਇਹ ਕੰਮ ਕਰਦਾ ਸੀ। ਪਿਛਲੀ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਵੀ ਕੁਤੁਬਦੀਨ ਐਬਕ ਮੁਹੰਮਦ ਗੌਰੀ ਦੇ 4 ਸੈਨਾਪਤੀਆਂ ਦੇ ਵਿੱਚੋਂ ਇੱਕ ਸੀ, ਜਾਣੀ ਕਿ ਉਹਦੇ ਅੰਡਰ ਕੰਮ ਕਰਦਾ ਸੀ। ਇਸ ਲਈ ਕੁਤੁਬਦੀਨ ਐਬਕ ਨੂੰ ਮੁਹੰਮਦ ਗੌਰੀ ਦਾ ਸਲੇਵ ਕਿਹਾ ਗਿਆ ਹੈਗਾ। ਮੁਹੰਮਦ ਗੌਰੀ ਸੀ ਜਿਹੜਾ, ਉਹਦੀ ਬਹਾਦਰੀ ਦੇ ਨਾਲ ਬਹੁਤ ਖੁਸ਼ ਸੀ। ਹੀ ਵਾਜ਼ ਇੰਪ੍ਰੈਸਡ ਬਾਈ ਹਿਸ ਕਰੇਜ, ਕਿਉਂਕਿ ਉਹਨੇ ਬਹੁਤ ਸਾਰੇ ਇਲਾਕੇ ਸੀ ਜੋ ਭਾਰਤ ਦੇ ਪ੍ਰਮੁੱਖ ਉਸ ਨੂੰ ਜਿੱਤ ਕੇ ਦਿੱਤੇ ਸੀ। ਇਸ ਲਈ ਮੁਹੰਮਦ ਗੌਰੀ ਨੇ ਉਸ ਨੂੰ ਅਮੀਰ-ਏ ਅਖੂਰ ਦਾ ਟਾਈਟਲ ਵੀ ਦਿੱਤਾ ਸੀ। ਜਦੋਂ ਕੁਤੁਬ ਅਲ-ਦੀਨ ਐਬਕ ਸੁਲਤਾਨ ਬਣਦਾ ਤਾਂ ਆਪਣੀ ਕੈਪੀਟਲ ਹੈ ਜਿਹੜੀ ਉਹ ਲਾਹੌਰ ਰੱਖਦਾ ਹੈਗਾ। ਮੁਸਲਮਾਨ ਲੇਖਕਾਂ ਦੇ ਵੱਲੋਂ ਉਸ ਨੂੰ ਲੱਖ ਬਖਸ਼ ਤੇ ਹਤੀਮ ਦਾ ਨਾਮ ਵੀ ਦਿੱਤਾ ਗਿਆ। ਲੱਖ ਬਖਸ਼ ਬਿਕੋਜ਼ ਉਹ ਬਹੁਤ ਸਾਰੀਆਂ ਡੋਨੇਸ਼ਨਸ ਕਰਦਾ ਸੀ ਲੋਕਾਂ ਦੇ ਨਾਮ ਤੇ। ਪਬਲਿਕ ਵੈਲਫੇਅਰ ਦੇ ਵਿੱਚ ਉਹ ਬਹੁਤ ਜ਼ਿਆਦਾ ਇੰਟਰਸਟ ਰੱਖਦਾ ਸੀ। 13th ਸੈਂਚੁਰੀ ਦੀ ਜੇ ਗੱਲ ਕਰੀਏ ਤਾਂ ਉਸਨੇ ਕੁਤੁਬ ਮੀਨਾਰ ਦੀ ਕੰਸਟਰਕਸ਼ਨ ਸ਼ੁਰੂ ਕਰਵਾਈ। ਕੁਤੁਬ ਮੀਨਾਰ ਜੋ ਕਿ ਦਿੱਲੀ ਦੇ ਵਿੱਚ ਸਥਿਤ ਹੈ। ਕਿਸ ਦੇ ਨੇਮ ਤੇ? ਫੇਮਸ ਸੂਫੀ ਸੰਤ ਖਵਾਜਾ ਕੁਤੁਬਦੀਨ ਬਖਤਿਆਰ ਕਾਕੀ ਦੇ ਨਾਮ ਤੇ ਕੁਤੁਬਦੀਨ ਐਬਕ ਨੇ ਕੁਤੁਬ ਮੀਨਾਰ ਦੀ ਸ਼ੁਰੂਆਤ ਕਰਵਾਈ। ਇਹ ਇੰਪੋਰਟੈਂਟ ਪੁਆਇੰਟ ਹੈਗਾ। ਅੱਗੇ ਜਾ ਕੇ ਇਸ ਨੂੰ ਸਟਾਰਟ ਤਾਂ ਐਬਕ ਹੀ ਕਰਵਾਉਂਦਾ ਹੈ। ਇਲਤੁਤਮਿਸ਼ ਜੋ ਕਿ ਅੱਗੇ ਸਲੇਵ ਡਾਇਨੈਸਟੀ ਦਾ ਸੁਲਤਾਨ ਬਣਦਾ ਹੈ, ਉਹ ਇਸ ਨੂੰ ਪੂਰਾ ਕਰਵਾਉਂਦਾ ਹੈ। ਅੱਗੇ ਜਾ ਕੇ ਜਦੋਂ ਤੁਗਲਕ ਵੰਸ਼ ਆਉਂਦਾ ਹੈ ਤਾਂ ਕੁਤੁਬ ਮੀਨਾਰ ਨੂੰ ਰੀਕਨਸਟਰਕਟ ਕਰਵਾਇਆ ਜਾਂਦਾ ਹੈ ਫਿਰੋਜ਼ ਸ਼ਾਹ ਤੁਗਲਕ ਦੇ ਵੱਲੋਂ। 2010 ਦੇ ਵਿੱਚ ਕੁਤੁਬਦੀਨ ਐਬਕ ਦੀ ਮੌਤ ਹੋ ਜਾਂਦੀ ਹੈ। ਹੀ ਵਾਜ਼ ਡਾਈਡ ਡਿਊ ਟੂ ਫੈਲ ਫਰੋਮ ਹਾਰਸ ਵਾਈਲ ਪਲੇਇੰਗ ਪੋਲੋ। ਉਹ ਇੱਕ ਗੇਮ ਖੇਡ ਰਿਹਾ ਹੁੰਦਾ ਹੈ ਪੋਲੋ, ਹਾਰਸ ਘੋੜੇ ਤੋਂ ਗਿਰਨ ਦੇ ਵਜ੍ਹਾ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ। ਇਹ ਕੁਐਸਚਨ ਪੁੱਛਿਆ ਜਾਂਦਾ ਹੈ ਵੀ ਦਿੱਲੀ ਸਲਤਨਤ ਦੇ ਕਿਸ ਸੁਲਤਾਨ ਦੀ ਮੌਤ ਪੋਲੋ ਖੇਡਦੇ ਖੇਡਦੇ ਹੋਈ ਸੀ? ਸੋ ਆਨਸਰ ਇਜ਼ ਕੁਤੁਬਦੀਨ ਐਬਕ। ਇਸ ਖੇਡ ਨੂੰ ਚੌਗਾਨ ਵੀ ਕਿਹਾ ਜਾਂਦਾ ਹੈ। ਇਹ ਨੇਮ ਵੀ ਇੰਪੋਰਟੈਂਟ ਹੈ, ਆਪਾਂ ਨੇ ਯਾਦ ਰੱਖਣਾ ਹੈਗਾ। ਆਰਾਮ ਸ਼ਾਹ ਜੋ ਕਿ ਕੁਤੁਬਦੀਨ ਐਬਕ ਦਾ ਪੁੱਤਰ ਬਣਦਾ ਹੈ, ਉਸ ਨੂੰ ਅੱਗੇ ਗੱਦੀ ਦਿੱਤੀ ਜਾਂਦੀ ਹੈ ਦਿੱਲੀ ਸਲਤਨਤ ਜਾਣੀ ਕਿ ਸਲੇਵ ਡਾਇਨੈਸਟੀ ਦੀ। 8 ਮਹੀਨਿਆਂ ਬਾਅਦ ਇਲਤੁਤਮਿਸ਼ ਹੈ ਜੋ ਉਹ ਗੱਦੀ ਨੂੰ ਸੰਭਾਲ ਲੈਂਦਾ ਹੈ। ਆਰਾਮ ਸ਼ਾਹ ਤੋਂ ਬਾਅਦ ਆਉਂਦਾ ਆਪਣੇ ਕੋਲ ਇਲਤੁਤਮਿਸ਼। ਇਸ ਚੈਪਟਰ ਦੇ ਵਿੱਚ ਆਪਾਂ ਓਨਲੀ ਇੰਪੋਰਟੈਂਟ ਕਿੰਗਸ ਹੀ ਡਿਸਕਸ ਕਰ ਰਹੇ ਹਾਂ ਜਿਨ੍ਹਾਂ ਦਾ ਟਾਈਮ ਪੀਰੀਅਡ ਹੈ ਜਿਹੜਾ ਰੂਲ ਕਰਨ ਦਾ ਉਹ ਘੱਟ ਸੀ, ਉਹਨਾਂ ਨੂੰ ਡਿਸਕਸ ਨਹੀਂ ਕੀਤਾ ਜਾਂਦਾ ਹਿਸਟਰੀ ਦੇ ਵਿੱਚ। ਸੋ ਓਨਲੀ ਇੰਪੋਰਟੈਂਟ ਹੀ ਆਪਾਂ ਪੁਆਇੰਟ ਨੇ ਜਿਹੜੇ ਉਹ ਨੋਟ ਕਰਨੇ ਨੇ। ਜੇਕਰ ਆਪਾਂ ਸਲੇਵ ਡਾਇਨੈਸਟੀ ਦੀ ਗੱਲ ਕਰੀਏ ਤਾਂ ਪਹਿਲਾਂ ਕੁਤੁਬਦੀਨ ਐਬਕ 1206 ਤੋਂ 1210 ਤੱਕ ਰਾਜ ਰਹਿੰਦਾ ਇਹਦਾ। ਅੱਗੇ ਇਲਤੁਤਮਿਸ਼ ਬਣਦਾ 1211 ਤੋਂ 1236। ਰਜ਼ੀਆ 1236 ਤੋਂ 1240।
ਬਲਬਨ 1246 ਤੋਂ 1287 ਤੱਕ। ਲਾਸਟ ਦੇ ਜਿਹੜੇ ਰੂਲਰ ਹੁੰਦੇ ਨੇ ਉਹ ਕਾਫੀ ਵੀਕ ਹੁੰਦੇ ਨੇ, ਜਿਨ੍ਹਾਂ ਦੇ ਨਾਮ ਨੇ ਕੈਕੂਬਾਦ ਅਤੇ ਸ਼ਮਸੁਦੀਨ ਕਯੂਮਰਸ। ਸੋ ਕੁਤੁਬਦੀਨ ਐਬਕ ਤੋਂ ਬਾਅਦ ਜੋ ਫੇਮਸ ਰੂਲਰ ਬਣਦਾ ਹੈਗਾ ਸਲੇਵ ਡਾਇਨੈਸਟੀ ਦਾ, ਉਹਦਾ ਨਾਮ ਹੈ ਇਲਤੁਤਮਿਸ਼। ਇਹ 1210 ਤੋਂ 36 ਤੱਕ ਰਾਜ ਕਰਦਾ ਹੈਗਾ। ਕੁਤੁਬਦੀਨ ਐਬਕ ਦਾ ਇਹ ਗੁਲਾਮ ਹੁੰਦਾ ਹੈ, ਜਿਵੇਂ ਕਿ ਕੁਤੁਬਦੀਨ ਐਬਕ ਮੁਹੰਮਦ ਗੌਰੀ ਦਾ ਸੀ, ਉਸੇ ਤਰ੍ਹਾਂ ਇਲਤੁਤਮਿਸ਼ ਵੀ ਕੁਤੁਬਦੀਨ ਐਬਕ ਦੇ ਅੰਡਰ ਕੰਮ ਕਰਦਾ ਹੁੰਦਾ ਸੀ। ਉਹ ਇਲਬਾਰੀ ਟ੍ਰਾਈਬ ਨੂੰ ਬਿਲੋਂਗ ਕਰਦਾ ਸੀ। ਕੁਤੁਬਦੀਨ ਐਬਕ ਸੀ, ਉਸਨੇ ਇਲਤੁਤਮਿਸ਼ ਨੂੰ ਖਰੀਦਿਆ ਹੋਇਆ ਸੀਗਾ ਤੇ ਅੱਗੇ ਜਾ ਕੇ ਉਸ ਨੂੰ ਕੀ ਬਣਾ ਦਿੰਦਾ ਹੈਗਾ, ਗਵਰਨਰ ਬਣਾ ਦਿੰਦਾ ਹੈਗਾ ਗਵਾਲੀਅਰ ਦਾ। ਠੀਕ ਹੈ। 1211 ਦੇ ਵਿੱਚ ਜਦੋਂ 1210 ਦੇ ਵਿੱਚ ਕੁਤੁਬਦੀਨ ਐਬਕ ਦੀ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਦੇ ਪੁੱਤਰ ਦੇ ਟਾਈਮ ਪੀਰੀਅਡ ਤੋਂ ਬਾਅਦ, ਜਾਣੀ ਕਿ ਆਲਮ ਸ਼ਾਹ ਦੇ ਟਾਈਮ ਤੋਂ ਬਾਅਦ ਇਲਤੁਤਮਿਸ਼ ਨੂੰ ਮੌਕਾ ਮਿਲਦਾ ਸੁਲਤਾਨ ਬਣਨ ਦਾ 1211 ਦੇ ਵਿੱਚ। ਸਭ ਤੋਂ ਪਹਿਲਾਂ ਉਹ ਰਾਜਧਾਨੀ ਲਾਹੌਰ ਤੋਂ ਦਿੱਲੀ ਚੇਂਜ ਕਰਦਾ। ਇਹ ਇੰਪੋਰਟੈਂਟ ਪੁਆਇੰਟ ਹੈ। ਲਾਹੌਰ ਦੇ ਵਿੱਚ ਕਿੰਨੇ ਬਣਾਈ ਸੀ? ਕੁਤੁਬਦੀਨ ਐਬਕ ਨੇ। ਚੇਂਜ ਕਿੰਨੇ ਕੀਤੀ? ਇਲਤੁਤਮਿਸ਼ ਨੇ। ਅਤੇ ਜੋ ਕੁਤੁਬ ਮੀਨਾਰ ਸਟਾਰਟ ਕਰਵਾਈ ਗਈ ਸੀ ਕੁਤੁਬਦੀਨ ਐਬਕ ਵੱਲੋਂ, ਉਹ ਕੰਪਲੀਟ ਕਰਵਾਉਂਦਾ ਇਹ ਦਿੱਲੀ ਦੇ ਵਿੱਚ। ਕੁਤੁਬ ਮੀਨਾਰ ਕੀ ਹੈ? ਟਾਲੈਸਟ ਸਟੋਨ ਟਾਵਰ ਹੈ ਇੰਡੀਆ ਦੇ ਵਿੱਚ, ਜਿਸ ਦੀ ਹਾਈਟ ਹੈ ਜਿਹੜੀ ਉਹ 238 ਫੁੱਟ ਲੰਬੀ ਹੈ। ਅਜਮੇਰ ਵਿਖੇ ਮਸਜਿਦ ਬਣਵਾਉਂਦਾ ਹੈ, ਕਿਸ ਦੀ ਯਾਦ ਦੇ ਵਿੱਚ? ਖਵਾਜਾ ਮੋਇਨਦੀਨ ਚਿਸ਼ਤੀ ਦੀ ਯਾਦ ਦੇ ਵਿੱਚ। ਜਿਵੇਂ ਕੁਤੁਬ ਮੀਨਾਰ ਬਣਵਾਈ ਗਈ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ, ਦੈਟ ਵਾਜ਼ ਵੈਰੀ ਇੰਪੋਰਟੈਂਟ ਪੁਆਇੰਟ। ਐਂਡ ਸੇਮ ਖਵਾਜਾ ਮੋਇਨਦੀਨ ਦੀ ਯਾਦ ਦੇ ਵਿੱਚ ਕੀ ਬਣਵਾਇਆ ਗਿਆ? ਅਜਮੇਰ ਵਿਖੇ ਮਸਜਿਦ ਬਣਵਾਈ ਗਈ। ਇਲਤੁਤਮਿਸ਼ ਨੇ ਇੰਟਰੋਡਿਊਸ ਕੀਤੇ ਭਾਰਤ ਦੇ ਵਿੱਚ ਅਰੇਬਿਕ ਕੁਆਇਨ ਨੇ, ਜਾਣੀ ਕਿ ਅਰਬੀ ਸਿੱਕੇ। ਸਿਲਵਰ ਕੁਆਇਨ ਚਾਂਦੀ ਦੇ ਸਿੱਕੇ, ਉਹਨਾਂ ਨੂੰ ਇਸਨੇ ਨਾਮ ਦਿੱਤਾ ਟਾਂਕਾ ਦਾ। ਕਾਪਰ ਕੁਆਇਨ ਤਾਂਬੇ ਦੇ ਸਿੱਕਿਆਂ ਨੂੰ ਇਹਨੇ ਨਾਮ ਦਿੱਤਾ ਜਿੱਤਲ। ਸੋ ਇਹ ਵੀ ਇੰਪੋਰਟੈਂਟ ਹੈ। ਓਨਲੀ ਇੰਪੋਰਟੈਂਟ ਪੁਆਇੰਟਸ ਹੀ ਡਿਸਕਸ ਕੀਤੇ ਗਏ ਨੇਗੇ ਵੀ ਕੀ ਕੰਮ ਸੀ ਜੋ ਰੂਲਰਸ ਦੇ ਵੱਲੋਂ ਇੰਪੋਰਟੈਂਟ ਭਾਰਤ ਦੇ ਵਿੱਚ ਕੀਤੇ ਗਏ ਸੀ। ਐਗਜ਼ਾਮ ਪੁਆਇੰਟ ਆਫ ਵਿਊ ਦੇ ਅਕੋਰਡਿੰਗ ਹੀ ਨੋਟਸ ਬਣਾਏ ਗਏ ਨੇ। ਇਸਨੇ ਇਕਤਾ ਸਿਸਟਮ ਸਟਾਰਟ ਕੀਤਾ ਸੀ ਅਤੇ ਦਲ ਚਾਲੀਸਾ ਕੀ ਸੀ? 40 ਤੁਰਕੀ ਅਮੀਰਾਂ ਦੀ ਸਭਾ ਸੀ। ਇਲਤੁਤਮਿਸ਼ ਨੇ ਆਪਣੀ ਸੇਫਟੀ ਦੇ ਲਈ, ਆਪਣੇ ਰਾਜ ਨੂੰ ਚਲਾਉਣ ਦੇ ਲਈ, ਡਿਵੈਲਪਮੈਂਟ ਦੇ ਲਈ ਇਹਨਾਂ ਨੂੰ ਨਿਯੁਕਤ ਕੀਤਾ ਸੀ। ਥਰਡ ਬੈਟਲ ਆਫ ਤਰੈਨ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਆਪਾਂ ਇਸ ਤੋਂ ਪਹਿਲਾਂ ਫਸਟ ਐਂਡ ਸੈਕਿੰਡ ਬੈਟਲ ਸੀ, ਯੁੱਧ ਸੀ ਜੋ ਤਰੈਨ ਦਾ, ਜੋ ਕਿ 1191 ਅਤੇ 1192 ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਇਆ ਸੀ। ਇਹ ਡਿਸਕਸ ਕੀਤਾ ਸੀ। ਹੁਣ ਆਪਣੇ ਕੋਲ ਆਉਂਦੀ ਹੈ ਥਰਡ ਬੈਟਲ ਆਫ ਤਰੈਨ, ਜੋ ਕਿ 1215 ਦੇ ਵਿੱਚ ਹੋਈ ਸੀ ਇਲਤੁਤਮਿਸ਼ ਤੇ ਯਾਲਦੂਜ਼ ਦੇ ਵਿੱਚ। ਇਸ ਤੋਂ ਬਾਅਦ ਇਲਤੁਤਮਿਸ਼ ਦੀ ਮੌਤ ਹੋ ਜਾਂਦੀ ਹੈ। ਅੱਗੇ ਸਕਸੈਸਰ, ਉੱਤਰਾਧਿਕਾਰੀ ਉਹ ਬਣਾਉਂਦਾ ਹੈਗਾ ਆਪਣੀ ਡਾਟਰ ਰਜ਼ੀਆ ਨੂੰ। ਰਜ਼ੀਆ ਸੀ ਜੋ ਇਲਤੁਤਮਿਸ਼ ਦੀ ਸਪੁੱਤਰੀ ਸੀ। ਇਸਨੇ 1236 ਤੋਂ 1240 ਬਹੁਤ ਘੱਟ ਟਾਈਮ ਪੀਰੀਅਡ ਤੱਕ ਹੀ ਇਸ ਦਾ ਰਾਜ ਰਿਹਾ, ਪਰ ਇਹ ਇਕਲੌਤੀ ਫੀਮੇਲ ਰੂਲਰ ਸੀਗੀ ਸਲੇਵ ਡਾਇਨੈਸਟੀ ਦੀ। ਡਿਸਕਾਰਡਡ ਫੀਮੇਲ ਅਪੈਰਲ, ਔਰਤ ਦੇ ਲਿਬਾਸ ਨੂੰ ਇਸਨੇ ਰੱਦ ਕੀਤਾ। ਜਦੋਂ ਉਹ ਅਦਾਲਤ ਦੇ ਵਿੱਚ ਆਪਣੀ ਕੋਰਟ ਦੇ ਵਿੱਚ ਬੈਠਦੀ ਸੀ ਤਾਂ ਉਹ ਬਿਨਾਂ ਵੀਲ, ਜਾਣੀ ਕਿ ਵੀਲ ਦਾ ਮਤਲਬ ਹੁੰਦਾ ਹੈਗਾ ਘੁੰਡ, ਇਹ ਵਿਦਾਊਟ ਫੇਸ ਨੂੰ ਵੀਲ ਕੀਤੇ ਸ਼ਾਸਨ ਕਰਦੀ ਸੀ। ਉਹ ਗ੍ਰੇਟ ਰੂਲਰ ਸਾਬਿਤ ਹੋਈ। ਹੰਟਿੰਗ ਵੀ ਕਰਦੀ ਸੀ, ਆਰਮੀ ਨੂੰ ਲੀਡ ਵੀ ਕਰਦੀ ਸੀ। 1240 ਦੇ ਵਿੱਚ ਅਲਤੂਨੀਆ, ਜੋ ਕਿ ਬਠਿੰਡਾ ਦਾ ਗਵਰਨਰ ਸੀ, ਉਹ ਬਗਾਵਤ ਕਰਦਾ ਹੈਗਾ ਰਜ਼ੀਆ ਦੇ ਖਿਲਾਫ। ਇਸ ਰਿਵੋਲਟ ਨੂੰ, ਇਸ ਬਗਾਵਤ ਨੂੰ ਸ਼ਾਂਤ ਕਰਾਉਣ ਦੇ ਲਈ ਰਜ਼ੀਆ ਹੈ ਜਿਹੜੀ ਉਹ ਬਠਿੰਡਾ, ਜਾਣੀ ਕਿ ਪੰਜਾਬ ਦੇ ਵਿੱਚ ਆਉਂਦੀ ਹੈ ਦਿੱਲੀ ਤੋਂ। ਜਦੋਂ ਉਹ ਆਉਂਦੀ ਹੈ ਤਾਂ ਉਸਦੇ ਜੋ ਸੈਨਾਪਤੀ ਹੁੰਦੇ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਰਜ਼ੀਆ ਨੂੰ ਪ੍ਰਿਜ਼ਨਰ, ਜਾਣੀ ਕਿ ਜੇਲ੍ਹ ਦੇ ਵਿੱਚ ਕੈਦ ਕਰ ਲਿਆ ਜਾਂਦਾ ਹੈ ਕਿਲਾ ਮੁਬਾਰਕ ਦੇ ਵਿੱਚ। ਇਹ ਇੰਪੋਰਟੈਂਟ ਪੁਆਇੰਟ ਹੈ। ਕਿਲਾ ਮੁਬਾਰਕ ਬਠਿੰਡਾ ਦੇ ਵਿੱਚ ਸਥਿਤ ਸੀ। ਇੱਥੇ ਰਜ਼ੀਆ ਨੂੰ ਪ੍ਰਿਜ਼ਨਰ, ਜਾਣੀ ਕਿ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ ਸੀ। ਬਹਿਰਾਮ ਨੂੰ, ਜਦੋਂ ਰਜ਼ੀਆ ਜੇਲ੍ਹ ਦੇ ਵਿੱਚ ਕੈਦ ਰਹਿੰਦੀ ਹੈ ਤਾਂ ਬਹਿਰਾਮ, ਜੋ ਕਿ ਇਲਤੁਤਮਿਸ਼ ਦਾ ਦੂਸਰਾ ਪੁੱਤਰ ਸੀ, ਉਸ ਨੂੰ ਦਿੱਲੀ ਦੀ ਗੱਦੀ ਤੇ ਬਿਠਾਇਆ ਜਾਂਦਾ ਹੈਗਾ। ਇਹ ਸੁਣ ਕੇ ਜੋ ਰਜ਼ੀਆ ਸੀ ਉਹ ਅਲਤੂਨੀਆ, ਜੋ ਕਿ ਗਵਰਨਰ ਸੀ ਬਠਿੰਡੇ ਦਾ, ਉਸ ਦੇ ਨਾਲ ਵਿਆਹ ਕਰਵਾਉਂਦੀ ਹੈ ਅਤੇ ਦਿੱਲੀ ਵੱਲ ਦੁਬਾਰੇ ਚੱਲਦੀ ਹੈ ਆਪਣਾ ਥਰੋਨ ਵਾਪਸ ਲੈਣ ਦੇ ਲਈ। ਜਦੋਂ ਉਹ ਦਿੱਲੀ ਵੱਲ ਜਾ ਰਹੀ ਹੁੰਦੀ ਹੈ ਤਾਂ ਕੈਥਲ ਵਿਖੇ ਉਸ ਤੇ ਅਟੈਕ ਕੀਤਾ ਜਾਂਦਾ ਹੈ ਅਤੇ ਉਹ ਹਾਰ ਜਾਂਦੀ ਹੈ ਤੇ ਮਰ ਜਾਂਦੀ ਹੈ। ਉਸ ਦੇ ਮਰਨ ਤੋਂ ਬਾਅਦ
1246 ਦੇ ਵਿੱਚ ਜੋ ਬਲਬਨ ਹੈ ਉਹ ਨਸੀਰੁਦੀਨ ਮਹਿਮੂਦ ਜੋ ਕਿ ਇੱਕ ਹੋਰ ਪੁੱਤਰ ਹੈਗਾ ਇਲਤੁਤਮਿਸ਼ ਦਾ ਉਸਨੂੰ ਸੁਲਤਾਨ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਹੀ ਇਜ਼ ਆਲਸੋ ਸਨ ਆਫ ਇਲਤੁਤਮਿਸ਼। ਨਸੀਰੁਦੀਨ ਮਹਿਮੂਦ ਵੀ ਘੱਟ ਟਾਈਮ ਤੱਕ ਹੀ ਰਾਜ ਕਰ ਪਾਉਂਦਾ ਹੈਗਾ। ਉਸ ਤੋਂ ਬਾਅਦ ਬਲਬਨ ਹੈ ਜਿਹੜਾ ਉਹ ਆਪ ਥਰੋਨ ਤੇ ਬੈਠ ਜਾਂਦਾ। ਤਾਂ ਹੁਣ ਆਉਂਦਾ ਸਲੇਵ ਡਾਇਨੈਸਟੀ ਦੇ ਵਿੱਚ ਟਾਈਮ ਪੀਰੀਅਡ ਬਲਬਨ ਦਾ। ਗਿਆਸੁਦੀਨ ਬਲਬਨ ਇਸ ਦਾ ਪੂਰਾ ਨਾਮ ਸੀ। ਨੈਬ ਦੀ ਡਿਊਟੀ ਨਿਭਾਉਂਦਾ ਸੀ ਨਸੀਰੁਦੀਨ ਦੇ ਅੰਡਰ ਰਹਿ ਕੇ। ਮਤਲਬ ਕਿ ਇਹ ਨਸੀਰੁਦੀਨ ਨੂੰ ਸਾਰੀਆਂ ਡਾਇਰੈਕਸ਼ਨਸ ਦਿੰਦਾ ਸੀ ਵੀ ਕਿਸ ਤਰੀਕੇ ਦੇ ਨਾਲ ਰਾਜ ਚੱਲਣਾ ਚਾਹੀਦਾ ਹੈ। ਨਸੀਰੁਦੀਨ ਸੀ ਜੋ ਉਸਨੂੰ ਸਿਰਫ ਸੁਲਤਾਨ ਦਾ ਟਾਈਟਲ ਉਹਨੇ ਸਾਂਭ ਕੇ ਰੱਖਿਆ ਸੀ, ਪਿੱਛੇ ਦੇ ਜੋ ਸਾਰੇ ਕੰਮ ਸੀ ਉਹ ਬਲਬਨ ਹੀ ਕਰਦਾ ਸੀ। ਜਦੋਂ ਨਸੀਰੁਦੀਨ ਮਹਿਮੂਦ ਦੀ ਮੌਤ ਹੋ ਜਾਂਦੀ ਹੈ 1266 ਦੇ ਵਿੱਚ ਤਾਂ ਬਲਬਨ ਅਸੈਂਡਡ ਦ ਥਰੋਨ। ਬਲਬਨ ਹੁਣ ਗੱਦੀ ਪ੍ਰਾਪਤ ਕਰ ਲੈਂਦਾ ਹੈਗਾ। ਸਭ ਤੋਂ ਪਹਿਲਾਂ ਇਹ ਦਲ ਚਾਲੀਸਾ ਜੋ ਕਿ ਇਲਤੁਤਮਿਸ਼ ਵੱਲੋਂ ਸ਼ੁਰੂ ਕੀਤੀ ਗਈ ਸੀ ਉਸਨੂੰ ਇਹ ਖਤਮ ਕਰਦਾ ਕਿਉਂਕਿ ਦਲ ਚਾਲੀਸਾ ਸੀ ਜੋ ਇਹ ਇੱਕ ਸਭਾ ਸੀ ਜੋ ਕਿ ਕਿੰਗ ਦੇ ਹੱਕ ਦੇ ਵਿੱਚ ਇਨਸਾਫ ਕਰਦੀ ਸੀ, ਥਰੋਨ ਦੇ ਹੱਕ ਦੇ ਵਿੱਚ ਇਨਸਾਫ ਕਰਦੀ ਸੀ। ਤਾਂ ਉਸਨੂੰ ਡਰ ਸੀ ਵੀ ਕਿਤੇ ਇਹ ਉਸਨੂੰ ਗੱਦੀ ਤੋਂ ਨਾ ਉਤਾਰ ਦੇਣ, ਇਸ ਲਈ ਉਸਨੇ ਇਸ ਦਾ ਐਂਡ ਕੀਤਾ। ਅਕੋਰਡਿੰਗ ਟੂ ਹਿਮ ਉਹਦੇ ਅਕੋਰਡਿੰਗ ਸੁਲਤਾਨ ਸੀ ਜੋ ਉਹ ਗੋਡ ਦੀ ਸ਼ੈਡੋ ਨੇ ਜਾਣੀ ਕਿ ਰੱਬ ਦਾ ਪਰਛਾਵਾਂ ਨੇ, ਇਸ ਲਈ ਉਸਨੇ ਇੰਟਰੋਡਿਊਸ ਕੀਤਾ ਸਜਦਾ ਜਾਣੀ ਕਿ ਮੱਥਾ ਟੇਕਣਾ। ਜੋ ਵੀ ਪ੍ਰਜਾ ਸੀ ਉਹ ਸੁਲਤਾਨ ਦੇ ਅੱਗੇ ਮੱਥਾ ਟੇਕਦੀ ਸੀ ਅਤੇ ਪਾਇਬੋਸ ਜਾਣੀ ਕਿ ਕਿਸਿੰਗ ਦ ਸੁਲਤਾਨ ਫੀਟ ਮਤਲਬ ਕਿ ਸੁਲਤਾਨ ਦੇ ਪੈਰਾਂ ਨੂੰ ਚੁੰਮਦੀ ਸੀ ਪ੍ਰਜਾ। ਇਸਨੇ ਇਸ ਤਰੀਕੇ ਦੇ ਕਸਟਮ ਰੀਤੀ ਰਿਵਾਜ ਸ਼ੁਰੂ ਕੀਤੇ ਆਪਣੇ ਟਾਈਮ ਪੀਰੀਅਡ ਦੇ ਵਿੱਚ। ਪਰਸ਼ੀਅਨ ਫੈਸਟੀਵਲ ਨੂੰ ਇੰਟਰੋਡਿਊਸ ਕੀਤਾ ਭਾਰਤ ਦੇ ਵਿੱਚ ਜਿਸ ਦਾ ਨਾਮ ਸੀ ਨੌਰੋਜ਼। ਦੀਵਾਨ-ਏ ਅਰਜ਼ ਮਿਲਟਰੀ ਡਿਪਾਰਟਮੈਂਟ ਬਣਾਇਆ ਇਸਨੇ ਆਪਣਾ। ਤਾਂ ਬਲਬਨ ਸੀ ਜੋ ਇਹ ਵੀ ਇੰਪੋਰਟੈਂਟ ਰੂਲਰ ਰਿਹਾ ਹੈਗਾ, ਪਾਵਰਫੁਲ ਰੂਲਰ ਰਿਹਾ ਹੈਗਾ ਸਲੇਵ ਡਾਇਨੈਸਟੀ ਦਾ। ਜਦੋਂ ਬਲਬਨ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਰੂਲਰ ਆਉਂਦੇ ਨੇ ਉਹ ਇੰਨੇ ਪਾਵਰਫੁਲ ਨਹੀਂ ਹੁੰਦੇ, ਵੀਕ ਸਕਸੈਸਰ ਬਣਦੇ ਨੇ। ਲਾਸਟ ਰੂਲਰ ਦੀ ਜੇ ਗੱਲ ਕਰੀਏ ਕੈਕੂਬਾਦ ਅਤੇ ਸ਼ਮਸੁਦੀਨ ਕਿਊਮਰ ਸੀ ਜੋ ਉਹ ਜਿਹੜੇ ਸੀਗੇ ਲਾਸਟ ਸ਼ਾਸਕ ਸੀਗੇ ਸਲੇਵ ਜਾਣੀ ਕਿ ਗੁਲਾਮ ਵੰਸ਼ ਦੇ। ਇਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ ਸਲੇਵ ਡਾਇਨੈਸਟੀ ਸੀ ਜਿਹੜੀ ਉਹ ਇੰਨੀ ਉਸਦੀ ਡਿਵੈਲਪਮੈਂਟ ਨਹੀਂ ਹੋ ਪਾਈ। ਹੁਣ ਆਪਣੇ ਕੋਲ ਇੱਥੇ ਸਲੇਵ ਡਾਇਨੈਸਟੀ ਦਾ ਐਂਡ ਹੋ ਜਾਊਗਾ। ਅੱਗੇ ਆਪਣੇ ਕੋਲ ਆ ਜਾਣਗੇ ਖਿਲਜੀ। ਸੋ ਇਸ ਤੋਂ ਨੈਕਸਟ ਚੈਪਟਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਖਿਲਜੀ ਵੰਸ਼ ਨੂੰ। ਜੇਕਰ ਤੁਹਾਨੂੰ ਮੇਰੇ ਨੋਟਸ ਵਧੀਆ ਲੱਗੇ ਸੋ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਤੁਹਾਨੂੰ ਮੇਰੇ ਨੋਟਸ ਦੀ PDF ਚਾਹੀਦੀ ਹੈ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੇ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ, ਉਸਨੂੰ ਜੁਆਇਨ ਕਰਕੇ ਤੁਸੀਂ ਹਰ ਇੱਕ ਮੇਰੇ ਵੱਲੋਂ ਅਪਲੋਡ ਕੀਤੇ ਹੋਏ ਨੋਟਸ ਨੂੰ ਡਾਊਨਲੋਡ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ।